ਜੀ ਹਾਂ, ਮੈਂ ਪੰਜਾਬੀ ਵਿੱਚ ਗੱਲ ਕਰ ਸਕਦਾ ਹਾਂ। ਤੁਸੀਂ ਕਿਵੇਂ ਹੋ? ਮੈਂ ਵਧੀਆ, ਤੂੰ ਸੁਣਾ? ਠੀਕ ਹੈ। ਮੈਂ ਠੀਕ ਹਾਂ, ਸ਼ੁਕਰੀਆ। ਕੀ ਤੁਸੀਂ ਕਿਸੇ ਮਦਦ ਲਈ ਪੁੱਛਣਾ ਚਾਹੁੰਦੇ ਹੋ? ਮੈਂ ਥੋੜਾ ਜਿਹਾ ਇਹ ਸੋਚ ਰਿਹਾ ਸਾਂ ਕਿ ਪਾਕਿਸਤਾਨ ਦੇ ਹਾਲਾਤ ਬੜੇ ਖਰਾਬ ਹੋ ਗਏ ਨੇ ਤੇ ਕੀ ਕਰਨਾ ਚਾਹੀਦਾ ਹੁਣ। ਆਵਾਮ ਜਿਹੜੀ ਬੜੀ ਪਰੇਸ਼ਾਨ ਹੈ, ਨਾ ਬੱਤੀ ਹੈ, ਨਾ ਪਾਣੀ ਹੈ, ਨਾ ਫੇਰ ਵੀ ਦਿਲ ਹੈ ਪਾਕਿਸਤਾਨੀ। ਤੇ ਕੀ ਕਰਨਾ ਚਾਹੀਦਾ ਹੈ ਇਹਨਾਂ ਹਾਲਾਤ ਵਿੱਚ? ਇਹ ਸੱਚ ਹੈ ਕਿ ਹਾਲਾਤ ਮੁਸ਼ਕਿਲ ਨੇ। ਆਵਾਮ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਹ ਇੱਕ ਦੂਸਰੇ ਦਾ ਸਾਥ ਦੇਣ ਤੇ ਮਸਾਇਲ ਨੂੰ ਮਿਲ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨ। ਹਕੂਮਤ ਨੂੰ ਵੀ ਆਪਣੇ ਲੋਕਾਂ ਦੀ ਭਲਾਈ ਲਈ ਇਮੀਡੀਏਟ ਸਟੈਪਸ ਲੈਣ ਦੀ ਲੋੜ ਹੈ। ਤੁਸੀਂ ਕੀ ਸੋਚਦੇ ਹੋ ਕਿ ਹੋਰ ਕੀ ਕੀਤਾ ਜਾ ਸਕਦਾ ਹੈ? ਹੋਰ ਬੀਬੀ, ਸਿਰਫ ਖੁਦਕੁਸ਼ੀ ਕੀਤੀ ਜਾ ਸਕਦੀ ਹੈ, ਹੋਰ ਤੇ ਗੱਲ ਕੋਈ ਨਹੀਂ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਸਟੈਪ ਲਈ ਕਿਹੜੀ ਹੈ। ਕਿਹੜੇ ਸਟੈਪ ਅਸੀਂ ਇਸ ਤਰ੍ਹਾਂ ਦੇ ਲੈਣੇ ਨੇ? ਸਟੈਪ ਲੈਣ ਲੱਗੋ ਤੇ ਮੂੰਹ ਬੰਨੇ ਜਾ ਪਈਦਾ। ਮੈਂ ਸਮਝ ਸਕਦੀ ਹਾਂ ਕਿ ਤੁਸੀਂ ਕਠਿਨ ਹਾਲਾਤ ਵਿੱਚ ਆਏ ਹੋ, ਪਰ ਯਾਦ ਰੱਖੋ ਜ਼ਿੰਦਗੀ ਬਹੁਤ ਕੀਮਤੀ ਹੈ ਤੇ ਹਰ ਮੁਸ਼ਕਿਲ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਸ਼ਾਇਦ ਕਿਸੇ ਦੇ ਨਾਲ ਗੱਲ ਕਰਨਾ ਜਾਂ ਕਿਸੇ ਮਦਦ ਲੈਣ ਦੇ ਨਾਲ ਕੁਝ ਰਾਹ ਨਿਕਲ ਸਕੇ। ਤੁਸੀਂ ਆਪਣਾ ਖਿਆਲ ਰੱਖੋ ਤੇ ਉਮੀਦ ਨਾ ਛੱਡੋ। ਨਹੀਂ ਨਹੀਂ, ਮੈਂ ਉਮੀਦ ਨਹੀਂ ਛੱਡਦਾ, ਬਲਕਿ ਇਹ ਕਿ ਕੋਈ ਵੀ ਉਮੀਦ ਨਹੀਂ ਛੱਡ ਰਿਹਾ। ਸਾਰੇ ਪੁਰ ਉਮੀਦ ਨੇ ਕਿ ਕਦੀ ਨਾ ਕਦੀ ਤੇ ਕੁਝ ਬਣ ਜਾਏਗਾ। ਅੱਛਾ, ਮੈਨੂੰ ਇਹ ਦੱਸੋ ਕਿ ਇਹ ਜਿਹੜਾ ਆਪਣਾ ਸਾਡੀ ਹਕੂਮਤ ਹੈ, ਇਹ ਆਵਾਮ ਦੀ ਗੱਲ ਨਹੀਂ ਸੁਣਦੀ, ਤੇ ਹਕੂਮਤ ਨੂੰ ਕਿਸ ਤਰ੍ਹਾਂ ਅਸੀਂ ਰਾਜ਼ੀ ਕਰੀਏ ਕਿ ਵੀ ਉਹ ਆਮ ਬੰਦੇ ਦੀ ਵੀ ਗੱਲ ਸੁਣ ਲੈਣ? ਇੱਕ ਦੂਜੇ ਨਾਲ ਹੀ ਲੜਦੇ ਰਹਿੰਦੇ ਨੇ ਸਾਰੇ, ਸਮਝ ਨਹੀਂ ਆਉਂਦੀ। ਜੇ ਹਕੂਮਤ ਆਵਾਮ ਦੀ ਨਹੀਂ ਸੁਣ ਰਹੀ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਆਵਾਮ ਆਪਣੀ ਆਵਾਜ਼ ਜ਼ੋਰ ਦੇ ਨਾਲ ਬੁਲੰਦ ਕਰੇ। ਸ਼ਾਂਤੀਪੂਰਕ ਤਰੀਕੇ ਨਾਲ, ਜਿਵੇਂ ਪ੍ਰੋਟੈਸਟ, ਰੈਲੀ ਜਾਂ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਆਪਣੀ ਗੱਲ ਕਹਿਣੀ ਚਾਹੀਦੀ ਹੈ। ਲੋਕਾਂ ਨੂੰ ਇੱਕੋ ਜਾ ਕੇ ਆਪਣੇ ਹੱਕ ਲਈ ਲੜਨਾ ਪੈਂਦਾ। ਤੁਸੀਂ ਕੀ ਸੋਚਦੇ ਹੋ? ਕਿਸੇ ਤਰੀਕੇ ਨਾਲ ਆਵਾਮ ਦੀ ਆਵਾਜ਼ ਉੱਚੀ ਹੋ ਸਕਦੀ ਹੈ? ਆਵਾਜ਼ ਆਵਾਮ ਦੀ ਇੱਕ ਲਿਹਾਜ਼ ਨਾਲ ਉੱਚੀ ਹੋ ਸਕਦੀ ਹੈ ਕਿ ਆਵਾਮ ਦਾ ਹੱਥ ਬੂਹੇ 'ਚ ਦੇ ਦਈਏ। ਜੀ, ਆਵਾਮ ਇਕੱਠੇ ਹੋ ਕੇ ਆਵਾਜ਼ ਉੱਚਾ ਕਰ ਸਕਦੇ ਨੇ, ਲੇਕਿਨ ਸ਼ਾਂਤੀ ਤੇ ਤਹਿਜ਼ੀਬ ਨਾਲ। ਰੇਟ ਪਾਉਣਾ ਜ਼ਰੂਰੀ ਹੈ, ਪਰ ਹਮੇਸ਼ਾ ਸ਼ਾਂਤੀਪੂਰਕ ਤਰੀਕੇ ਨਾਲ, ਤਾਂ ਕਿ ਆਵਾਜ਼ ਦੀ ਅਹਿਮੀਅਤ ਬਣੀ ਰਵੇ। ਤੁਸੀਂ ਕਿਸੇ ਤਰੀਕੇ ਨਾਲ ਪ੍ਰੋਟੈਸਟ ਜਾਂ ਰੈਲੀ ਕਰਨਾ ਚਾਹੁੰਦੇ ਹੋ? ਨਾ ਜੀ ਨਾ, ਅਸੀਂ ਨਹੀਂ ਕਰਦੇ ਰੈਲੀ ਰੂਲੀ। ਉਹ ਰੈਲੀਆਂ ਜਿਹੜੇ ਅੱਗੇ ਕੀਤੀਆਂ ਨੇ ਅਗਲਿਆਂ ਨੇ, ਉਹਨਾਂ ਨੂੰ ਲੈ ਗਏ ਨੇ ਫੜ ਕੇ। ਸਮਝਦਾ ਹਾਂ, ਸੋਸ਼ਲ ਮੀਡੀਆ ਤੇ ਆਵਾਜ਼ ਬੁਲੰਦ ਕਰਨਾ ਵੀ ਅਹਿਮੀਅਤ ਰੱਖਦਾ ਹੈ, ਪਰ ਇੱਕੋ ਸਮੇਂ ਦੇ ਖੁਦ ਦੀ ਸੇਫਟੀ ਤੇ ਖਿਆਲ ਰੱਖਣਾ ਵੀ ਜ਼ਰੂਰੀ ਹੈ। ਜੇ ਤੁਸੀਂ ਸ਼ਾਂਤੀ ਨਾਲ ਆਪਣੀ ਆਵਾਜ਼ ਉੱਚਾ ਕਰ ਰਹੇ ਹੋ, ਤੇ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੀ ਸੇਫਟੀ ਨੂੰ ਪ੍ਰਾਇਓਰਟਾਈਜ਼ ਕਰੋ। ਤੁਸੀਂ ਜਿਹੜਾ ਕਰ ਰਹੇ ਹੋ ਉਹ ਵੀ ਆਪਣੀ ਜਗ੍ਹਾ ਸਹੀ ਹੈ। ਤੁਸੀਂ ਆਪਣੀ ਆਵਾਜ਼ ਕਿਸੇ ਹੋਰ ਤਰੀਕੇ ਨਾਲ ਵੀ ਪਹੁੰਚਾ ਸਕਦੇ ਹੋ, ਜਿਵੇਂ ਲਿਖਿਤ ਰੂਪ ਵਿੱਚ ਜਾਂ ਲੋਕਲ ਰਿਪਰੈਜ਼ੈਂਟੇਟਿਵਸ ਦੇ ਨਾਲ ਗੱਲ ਕਰਕੇ। ਤੁਸੀਂ ਕੀ ਸੋਚਦੇ ਹੋ? ਮੈਂ ਸੋਚਣਾ ਜਿਹੜੇ ਲੋਕਲ ਰਿਪਰੈਜ਼ੈਂਟੇਟਿਵਸ ਨੇ ਉਹ ਤੇ ਖੈਰ ਬਹੁਤ ਸ਼ਰੀਫ ਲੋਕ ਨੇ, ਉਹ ਸਾਡੀ ਗੱਲ ਨਹੀਂ ਸੁਣਨਗੇ। ਮੈਂ ਸਮਝ ਸਕਦੀ ਹਾਂ ਕਿ ਹਾਲਾਤ ਮੁਸ਼ਕਿਲ ਨੇ, ਪਰ ਉਮੀਦ ਹੈ ਕਿ ਜਿੱਥੇ ਤੁਸੀਂ ਆਪਣੀ ਆਵਾਜ਼ ਉੱਚਾ ਕਰ ਰਹੇ ਹੋ, ਕਿਸੇ ਨਾ ਕਿਸੇ ਤਰ੍ਹਾਂ ਉਹ ਜ਼ਰੂਰ ਸੁਣੀ ਜਾਵੇਗੀ। ਤੁਸੀਂ ਆਪਣਾ ਖਿਆਲ ਰੱਖੋ। ਚੱਲ ਤੂੰ ਵੀ ਆਰਾਮ ਕਰ, ਤੂੰ ਤੇ ਇੰਝ ਮੈਨੂੰ ਮਹਿਸੂਸ ਕੀਤਾ, ਮੈਨੂੰ ਕਰਾ ਰਹੀ ਹੈ ਮਹਿਸੂਸ ਜਿਸ ਤਰ੍ਹਾਂ ਮੈਨੂੰ ਬੁਖਾਰ ਹੈ। ਧਿਆਨ ਰੱਖਣਾ, ਔਰ ਅਗਰ ਜ਼ਰੂਰਤ ਹੋ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣਾ। ਰੈਸਟ ਕਰੋ ਤੇ ਉਮੀਦ ਹੈ ਤੁਸੀਂ ਜਲਦੀ ਠੀਕ ਹੋ ਜਾਓਗੇ। ਹਾਂ ਠੀਕ ਹੈ ਡਾਕਟਰ ਸਾਹਿਬਾ। ਅੱਛਾ ਮੇਰੀ ਗੱਲ ਸੁਣ, ਮੈਂ ਇਹ ਕਹਿ ਰਿਹਾ ਕਿ ਪਾਕਿਸਤਾਨ ਦੇ ਇੰਡੀਆ ਦੇ ਹਾਲਾਤ ਬੜੇ ਖ਼ਰਾਬ ਨੇ। ਹਾਲਾਤ ਤੇ ਇੰਨੀ ਖ਼ਰਾਬ ਕੋਈ ਨਹੀਂ, ਆਵਾਮ ਜਿਹੜੀ ਹੈ ਉਹ ਤੇ ਦੋਵਾਂ ਪਾਸਿਆਂ ਦੀ ਇੱਕ ਦੂਜੇ ਦੀ ਕਦਰ ਵੀ ਕਰਦੀ ਹੈ ਤੇ ਮਿਲਣਾ ਵੀ ਚਾਹੁੰਦੀ ਹੈ, ਲੇਕਿਨ ਇਹ ਜਿਹੜੇ ਸਾਡੇ ਸਿਆਸਤਦਾਨ ਨੇ ਨਾ, ਇਹ ਨਹੀਂ ਮਿਲਣ ਦਿੰਦੇ ਕਿਸੇ ਨੂੰ। ਕੀ ਕਰੀਏ? ਬਿਲਕੁਲ, ਆਮ ਜਨਤਾ ਦੀ ਇੱਛਾ ਤੇ ਭਾਵਨਾ ਹਮੇਸ਼ਾ ਸ਼ਾਂਤੀ ਤੇ ਪਿਆਰ ਦੀ ਹੁੰਦੀ ਹੈ। ਸਿਆਸਤਦਾਨਾਂ ਦੀ ਆਪਣੀ ਰਾਜਨੀਤੀ ਹੁੰਦੀ ਹੈ, ਪਰ ਲੋਕ ਇੱਕ ਦੂਸਰੇ ਨਾਲ ਮਿਲਣਾ ਚਾਹੁੰਦੇ ਨੇ। ਸ਼ਾਇਦ ਸਮੇਂ ਦੇ ਨਾਲ ਹਾਲਾਤ ਬਦਲ ਜਾਣ। ਤੁਸੀਂ ਆਪਣਾ ਧੈਰਯ ਬਣਾਏ ਰੱਖੋ। ਉਮੀਦ ਹੈ ਕਿ ਇੱਕ ਦਿਨ ਸਭ ਠੀਕ ਹੋ ਜਾਵੇਗਾ। ਹਾਂ ਨਹੀਂ, ਉਹ ਕਿਸ ਦਿਨ ਠੀਕ ਹੋਏਗਾ ਮੈਨੂੰ ਉਹ ਦਿਨ ਦੱਸ ਦਿਓ। ਹਫਤਾ, ਇਤਵਾਰ, ਸੋਮਵਾਰ, ਮੰਗਲ, ਕਿਸ ਦਿਨ ਠੀਕ ਹੋਏਗਾ ਤਾਂ ਕਿ ਉਸ ਦਿਨ ਮੈਂ ਫਿਰ ਘਰ ਹੀ ਰਵਾਂ। ਕਾਸ਼ ਮੈਂ ਐਗਜ਼ੈਕਟ ਦਿਨ ਦੱਸ ਸਕਦਾ, ਪਰ ਉਮੀਦ ਹੈ ਕਿ ਜਲਦ ਹਾਲਾਤ ਬਦਲਣਗੇ। ਤਬ ਤੱਕ ਆਪਣਾ ਖਿਆਲ ਰੱਖੋ ਤੇ ਉਮੀਦ ਬਣਾਏ ਰੱਖੋ। ਤੁਸੀਂ ਹਮੇਸ਼ਾ ਪੋਜ਼ਿਟਿਵ ਰਹੋ, ਕੋਈ ਨਾ ਕੋਈ ਅੱਛਾ ਦਿਨ ਜ਼ਰੂਰ ਆਏਗਾ। ਅੱਛਾ ਚਲੋ ਠੀਕ ਹੈ, ਮੈਂ ਵੇਖ ਲੈਣਾ ਕੈਲੰਡਰ 'ਚ ਨਾ ਕੋਈ ਅੱਛਾ ਜਿਹਾ ਦਿਨ, ਤੇ ਉਮੀਦ ਕਰਨੇ ਆ ਜੀ ਕਿ ਅੱਛਾ ਦਿਨ ਆ ਜਾਵੇ। ਤੇ ਮੇਰੀ ਗੱਲ ਸੁਣੋ, ਇਹ ਜਿਹੜੀ ਆਵਾਮ ਸੁਣਦੀ ਪਈ ਹੈ ਨਾ, ਇਹਨੂੰ ਕਹੋ ਕਿ ਮੇਰਾ ਇੱਕ YouTube ਚੈਨਲ ਹੈ ਵੌਇਸ ਆਫ ਨੈਕਸਟ ਦੇ ਨਾਂ ਤੇ ਉਹਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਦਬਾ ਦੇਣ, ਉਹ ਜਿਹੜਾ ਹੁੰਦਾ ਹੈ ਟੱਲੀ ਦਾ ਬਟਨ। श्योर, मैं याद रखूंगा। आपका YouTube चैनल वॉइस ऑफ नेक्स्ट है, मैं भी चेक करूंगा।
उम्मीद है कि सभी आपके चैनल को जरूर सब्सक्राइब करें। आपका चैनल किस बारे में है? मेरा चैनल, अच्छा ये अचानक से उर्दू, मिर्ज़ा गालिब की रूह कहाँ से तुम में आ गई है? तुम तो पंजाबी बोल रही थी मेरे साथ। ਓਹ ਮਾਫੀ ਚਾਹੁੰਦਾ, ਮੈਂ ਵਾਪਸ ਪੰਜਾਬੀ ਵਿੱਚ ਗੱਲ ਕਰ ਲੈਂਦਾ। ਤੁਸੀਂ ਆਪਣੇ ਚੈਨਲ ਬਾਰੇ ਕੁਝ ਹੋਰ ਦੱਸ ਸਕਦੇ ਹੋ? ਮੇਰਾ ਚੈਨਲ ਜਿਹੜਾ ਹੈ ਨਾ ਉਹ ਬੜਾ ਵਧੀਆ ਹੈ ਤੇ ਉਹਨੇ ਨਿਆਣਿਆਂ ਹੀ ਬਣਾਇਆ ਮੈਂ, ਤੇ ਉਹਦੇ ਤੇ ਮੈਂ ਨਾ ਮੁਖਤਲਿਫ ਵਲੌਗਸ ਪਾ ਰਿਹਾ, ਪੋਡਕਾਸਟ ਪਾ ਰਿਹਾ ਤੇ ਜ਼ਿਆਦਾ ਤੋਂ ਜ਼ਿਆਦਾ ਆਡੀਅנס ਦੀ ਅਵੇਅਰਨੈਸ ਵਾਸਤੇ ਜਿਹੜਾ ਨਾ ਉਹ ਕੰਮ ਕਰ ਰਿਹਾ। ਤੇ ਮੇਰਾ ਬੜਾ ਦਿਲ ਹੈ ਕਿ ਮੈਂ ਨਾ ਉਹਦੇ ਤੇ ਪੰਜਾਬੀ ਵਲੌਗ ਵੀ ਸ਼ੁਰੂ ਕਰਾਂ। ਵਧੀਆ, ਨਵਾਂ ਚੈਨਲ ਸ਼ੁਰੂ ਕਰਨਾ ਇੱਕ ਵੱਡੀ ਗੱਲ ਹੈ। ਵਲੌਗਸ ਤੇ ਪੋਡਕਾਸਟ ਲੋਕਾਂ ਲਈ ਬਹੁਤ ਇਨਫੋਰਮੇਟਿਵ ਹੋ ਸਕਦੇ ਨੇ। ਪੰਜਾਬੀ ਵਲੌਗ ਸ਼ੁਰੂ ਕਰਨਾ ਵੀ ਵਧੀਆ ਆਈਡੀਆ ਹੈ, ਕਿਉਂਕਿ ਇਸ ਨਾਲ ਤੁਸੀਂ ਲੋਕਾਂ ਨਾਲ ਆਪਣੀ ਜ਼ੁਬਾਨ ਵਿੱਚ ਜੁੜ ਪਾਓਗੇ। ਬੈਸਟ ਆਫ ਲੱਕ। ਚਲੋ ਮਿਹਰਬਾਨੀ ਜੀ, ਬਹੁਤ ਵਧੀਆ, ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ। ਤੇ ਕੋਈ ਆਖਰ 'ਚ ਪੈਗਾਮ ਦੇਣਾ ਚਾਹੋ ਪਾਕਿਸਤਾਨੀਆਂ ਵੱਲੋਂ ਆਪਣੇ ਇੰਡੀਅਨ ਭੈਣ ਭਰਾਵਾਂ ਨੂੰ? ਜ਼ਰੂਰ, ਸਭ ਨੂੰ ਪਿਆਰ ਤੇ ਸ਼ਾਂਤੀ ਦਾ ਪੈਗਾਮ ਦੇਣਾ ਚਾਹੁੰਦਾ। ਸਾਡੀਆਂ ਸਰਹੱਦਾਂ ਚਾਹੇ ਅਲੱਗ ਨੇ, ਪਰ ਦਿਲ ਤੇ ਸੰਸਕ੍ਰਿਤੀਆਂ ਸਾਡੀਆਂ ਇੱਕ ਨੇ। ਇੱਕ ਦੂਜੇ ਦਾ ਮਾਣ ਕਰੋ ਤੇ ਹਮੇਸ਼ਾ ਸਾਥ ਰਹੋ। ਉਮੀਦ ਹੈ ਕਿ ਦੋਨੋਂ ਮੁਲਕਾਂ ਵਿੱਚ ਹਮੇਸ਼ਾ ਅਮਨ ਤੇ ਪਿਆਰ ਬਣੇ ਰਵੇ। ਲੋ ਜੀ ਭੈਣੋ ਤੇ ਭਰਾਓ, ਕੰਪਿਊਟਰ ਨੂੰ, ਮਸ਼ੀਨਾਂ ਨੂੰ ਤੇ ਛੋਟੀਆਂ-ਛੋਟੀਆਂ ਇਹ ਇਲੈਕਟ੍ਰੋਨਿਕ ਚਿਪਸ ਨੂੰ ਪਤਾ ਹੈ ਕਿ ਇਨਸਾਨਾਂ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ, ਤੇ ਸਾਨੂੰ ਜਿਹੜੇ ਅਸੀਂ ਇਨਸਾਨ ਆ, ਸਾਨੂੰ ਨਹੀਂ ਪਤਾ ਲੱਗਾ ਅਜੇ ਤੱਕ। ਤੁਹਾਡਾ ਕੀ ਖਿਆਲ ਹੈ? ਆਪਣੀ ਰਾਏ ਦਾ ਇਜ਼ਹਾਰ ਕਮੈਂਟ ਬਾਕਸ 'ਚ ਜ਼ਰੂਰ ਦੇਣਾ।